ਤੇ ਚੀਜ਼ ਇਦਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਕਿ ਸਕਿਨ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ, ਕਿਉਂਕਿ ਸਕਿਨ ਸੈਂਸਿਟਿਵ ਬਹੁਤ ਹੁੰਦੀ ਹੈ, ਖਾਸ ਕਰ ਕੁੜੀਆਂ ਬਹੁਤ ਗੌਰ ਰੱਖਦੀਆਂ ਸੀ। ਕਿਉਂਕਿ ਹਜ਼ਾਰਾਂ ਰੁਪਏ ਅਸੀਂ ਸਿਰਫ ਸਕਿਨ ਲਈ ਕਰ ਰਹੇ ਹਾਂ, ਬਟ ਉੱਥੇ ਆ ਕੇ ਹੀ ਸਕਿਨ ਖਰਾਬ ਕਰ ਰਹੇ ਹਾਂ, ਕਿਉਂਕਿ ਕੈਮੀਕਲ ਜਦੋਂ ਵੀ ਸਾਡੀ ਸਕਿਨ ਤੇ ਜਾਊਗਾ ਤਾਂ ਨੈਚੁਰਲੀ ਕੋਈ ਨਾ ਕੋਈ ਵੱਡੀ ਪ੍ਰੋਬਲਮ ਖੜੀ ਕਰੂਗਾ। ਸਾਡਾ ਹੁਣ ਹੈਗਾ ਸਕਿਨ ਅੰਮ੍ਰਿਤ ਤੇ ਹੇਅਰ ਅੰਮ੍ਰਿਤ। ਅਸੀਂ 2 ਪ੍ਰੋਡਕਟ ਲੈ ਕੇ ਆਏ, ਉਹ ਵੀ ਕੁਦਰਤ ਦੀ ਗੋਦ 'ਚੋਂ। ਕੁਦਰਤੀ ਆਇਲ ਹੈਗੇ ਉਹਨਾਂ ਤੋਂ ਤਿਆਰ ਕੀਤਾ ਗਿਆ ਔਰ ਹੈਂਡਮੇਡ ਹੈਗਾ ਆ। ਇਹਦੇ ਵਿੱਚ ਮਸ਼ੀਨੀ ਕੁਝ ਵੀ ਅਸੀਂ ਯੂਜ਼ ਨਹੀਂ ਕਰਦੇ। ਅੱਜ ਕੱਲ੍ਹ ਤਾਂ ਖਾਸ ਤੌਰ ਦੇ ਉੱਤੇ ਕਹਿੰਦੇ ਵੀ ਮੂੰਹ ਦੇ ਉੱਤੇ ਸਾਬਣ ਨਹੀਂ ਲਾਉਣਾ ਹੈਗਾ ਜਮਾਂ ਵੀ, ਉਹ ਫੇਸ ਵਾਸ਼ ਵੱਖਰਾ ਲਿਆ ਕੇ ਰੱਖੇ ਹੁੰਦੇ ਨੇ ਮਹਿੰਗੇ ਸਾਰਿਆਂ ਨੇ। ਹੁਣ ਇਹ ਸਾਬਣ ਵਾਲੀ ਫਾਰਮ ਦੇ ਵਿੱਚ ਕਿਸੇ ਵੀ ਚੀਜ਼ ਦਾ ਰੂਪ ਕੁਝ ਵੀ ਹੋ ਸਕਦਾ, ਬਟ ਉਹਦੇ ਵਿੱਚ ਯੂਜ਼ ਕੀ ਕੀਤਾ ਸਾਨੂੰ ਉਹ ਸਮਝਣ ਦੀ ਲੋੜ ਹੈਗੀ। ਇਹਦੀ ਵੀ ਖਾਸੀਅਤ ਇਹ ਹੈਗੀ ਆ ਵੀ ਇਹ ਜਿਹੜਾ ਸ਼ੈਂਪੂ ਬਾਰ ਹੈ, ਆਮ ਤੌਰ ਤੇ ਸ਼ੈਂਪੂ ਵੀ ਆਪਾਂ ਲਿਕੁਇਡ ਫਾਰਮ ਦੇ ਵਿੱਚ ਹੀ ਦੇਖਦੇ ਹਾਂ, ਲੇਕਿਨ ਇਹ ਜਿਹੜਾ ਹੈਗਾ ਇਹ ਵੀ ਸਾਬਣ ਵਰਗਾ ਹੀ ਹੈ ਜੀ। ਇਹ ਜਿਹੜੀ ਚੀਜ਼ ਬਣੀ ਹੋਈ ਹੈ ਜੀ ਆਮਲਾ, ਸ਼ਿਕਾਕਾਈ ਔਰ ਰੀਠਾ ਜਿਹੜਾ ਹੈਗਾ ਜੀ, ਇਹਦੇ ਵਿੱਚ ਉਹ ਵੀ ਹੈਗਾ। ਵਾਲ ਝੜਨੋਂ ਬੰਦ ਹੋ ਜਾਣੇ ਆ ਜੀ ਜਦੋਂ ਤੁਹਾਨੂੰ ਵਰਤਦਿਆਂ ਨੂੰ 2 ਤੋਂ 3 ਹਫ਼ਤੇ ਹੋ ਗਏ। ਤੁਹਾਡੇ ਵਾਲ ਬਿਲਕੁਲ ਝੜਨੋਂ ਹੌਲੀ ਜਿਹੜੀ ਹੈਗੀ ਆ ਉਹ ਖਾਤਮੇ ਵਾਲੇ ਪਾਸੇ ਨੂੰ ਤੁਰ ਪੈਣੇ ਆ। ਔਰ ਸਭ ਤੋਂ ਵੱਡੀ ਗੱਲ ਆ ਕੁਦਰਤੀ ਰੂਪ ਦੇ ਵਿੱਚ ਬਣਿਆ ਹੋਇਆ, ਜੜੀ ਬੂਟੀਆਂ ਦਾ ਬਣਿਆ ਹੋਇਆ, ਔਰ ਇਹਦੇ ਵਿੱਚ ਉਹ ਚੀਜ਼ਾਂ ਪਾਈਆਂ ਹੋਈਆਂ ਜਿਹੜੇ ਸਾਡੇ ਬਜ਼ੁਰਗ ਯੂਜ਼ ਕਰਦੇ ਰਹੇ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਅਨੂ ਕੌੜਾ। ਪਿੱਛੇ ਤੁਸੀਂ ਦੇਖ ਰਹੇ ਹੋਗੇ ਕੁਦਰਤ ਦਾ ਨਜ਼ਾਰਾ। ਕਹਿੰਦੇ ਨੇ ਵੀ ਕੁਦਰਤ ਦੇ ਨਾਲ ਜੁੜੇ ਰਹਿਣਾ ਚਾਹੀਦਾ ਤੇ ਧਰਤੀ ਦੇ ਨਾਲ ਤੁਸੀਂ ਜੁੜੇ ਰਹਿੰਦੇ ਹੋ ਨਾ ਤਾਂ ਫਿਰ ਵਧੀਆ ਰਹਿੰਦਾ ਹੈ ਤੇ ਸੌਖੇ ਰਹਿੰਦੇ ਹੋ। ਤੁਸੀਂ ਬਹੁਤ ਸਾਰੀਆਂ ਚੀਜ਼ਾਂ ਤੋਂ ਦੂਰ ਰਹਿੰਦੇ ਹੋ, ਬਿਮਾਰੀਆਂ ਤੋਂ ਦੂਰ ਰਹਿੰਦੇ ਹੋ, ਤਾਂ ਕੁਦਰਤ ਦੇ ਨਾਲ ਜੁੜਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਪਰ ਅੱਜ ਕੱਲ੍ਹ ਮਟੀਰੀਅਲਿਸਟਿਕ ਜ਼ਿੰਦਗੀ ਹੈ, ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਕੈਮੀਕਲਸ ਅਸੀਂ ਯੂਜ਼ ਕਰਦੇ ਹਾਂ ਜਿਹੜੀ ਕਿ ਸਿਹਤ ਵੀ ਖਰਾਬ ਕਰਦੀ ਹੈ, ਸਕਿਨ ਵੀ ਖਰਾਬ ਕਰਦੀ ਹੈ। ਤਾਂ ਇਸ ਕਰਕੇ ਹੁਣ ਸੋਚਣਾ ਵੀ ਪੈਂਦਾ ਹੈ ਵੀ ਭਾਈ ਹੁਣ ਇਹੋ ਜਿਹੀ ਚੀਜ਼ਾਂ ਲੈ ਕੇ ਕਿੱਥੋਂ ਆਈਏ ਜਿਹੜੀ ਕੁਦਰਤੀ ਹੋਣ, ਤੇ ਹੁਣ ਇਹਦਾ ਪ੍ਰਮਾਣ ਕਿਵੇਂ ਮਿਲੂਗਾ ਵੀ ਇਹ ਕੁਦਰਤੀ ਹੈਗੀ ਹੈ ਕਿ ਨਹੀਂ, ਇਹਦੇ 'ਚ ਕੋਈ ਕੈਮੀਕਲ ਹੈਗਾ ਹੈ ਕਿ ਨਹੀਂ। ਤਾਂ ਇਹੋ ਜਿਹੇ ਹੁਣ ਲੋਕ ਹੈਗੇ, ਇਹੋ ਜਿਹੇ ਡਾਕਟਰ ਹੈਗੇ, ਇਹੋ ਜਿਹੇ ਵੇਦ ਹੈਗੇ ਜਿਹੜੇ ਕਿ ਸਾਰਾ ਕੁਝ ਹੀ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਕੁਦਰਤ ਦੇ ਨਾਲ ਜੁੜੀ ਹੋਈ ਚੀਜ਼ਾਂ ਜਿਹੜੀਆਂ ਨੇ ਬਣਾਉਂਦੇ ਨੇ। ਬਿਲਕੁਲ ਹੈਗੇ ਨੇ ਜੀ, ਕਿਉਂਕਿ ਅੱਜ ਅਸੀਂ ਜਿਨ੍ਹਾਂ ਕੋਲ ਪਹੁੰਚੇ ਹੋਏ ਹਾਂ ਉਹਨਾਂ ਨੇ ਇਸੇ ਤਰੀਕੇ ਦੀਆਂ ਚੀਜ਼ਾਂ ਬਣਾਈਆਂ ਨੇ, ਚਾਹੇ ਉਹ ਮਹਿਲਾਵਾਂ ਵਾਸਤੇ ਹੋਵੇ, ਚਾਹੇ ਉਹ ਮਰਦਾਂ ਵਾਸਤੇ ਹੋਵੇ। ਸਕਿਨ ਜਿਹੜੀ ਹੈਗੀ ਤੁਹਾਡੀ, ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੀ ਹੈ, ਬਹੁਤ ਸੈਂਸਿਟਿਵ ਹੁੰਦੀ ਹੈ, ਅਤੇ ਉਹਦੇ 'ਤੇ ਜਿਹੜੇ ਤੁਸੀਂ ਪ੍ਰੋਡਕਟ ਯੂਜ਼ ਕਰਦੇ ਹੋ ਜਾਂ ਕੋਈ ਵੀ ਚੀਜ਼, ਚਾਹੇ ਤੁਹਾਡਾ ਫੇਸ ਵਾਸ਼ ਹੋ ਗਿਆ, ਚਾਹੇ ਕੋਈ ਤੁਹਾਡਾ ਸਾਬਣ ਹੋ ਗਿਆ, ਤਾਂ ਕੁਝ ਵੀ ਅੱਜ ਕੱਲ੍ਹ ਤਾਂ ਬੋਡੀ ਵਾਸ਼ ਵੱਖਰੇ ਚੱਲੇ ਹੋਏ ਨੇ, ਜਿਹੜੇ ਯੂਜ਼ ਕਰਦੇ ਹੋ ਉਹ ਬਹੁਤ ਹੀ ਵਧੀਆ ਤਰੀਕੇ ਦੇ, ਵਧੀਆ ਕੁਆਲਿਟੀ ਦੇ ਹੋਣੇ ਚਾਹੀਦੇ ਨੇ। ਇਹ ਅਸੀਂ ਜ਼ਰੂਰ ਆਪਣਾ ਤੈਅ ਕਰਦੇ ਹਾਂ, ਪਰ ਉਹਦੇ ਵਿੱਚ ਕੈਮੀਕਲ ਬਹੁਤ ਸਾਰੇ ਵਰਤੇ ਹੁੰਦੇ ਨੇ, ਤਾਂ ਉਹਨਾਂ ਤੋਂ ਹੁਣ ਪਰਹੇਜ਼ ਕਿਵੇਂ ਰੱਖੀਏ। ਤਾਂ ਇਹਨਾਂ ਨੇ ਚੀਜ਼ ਇੱਦਾਂ ਦੀ ਬਣਾਈ ਹੈ ਜਿਹੜੀ ਕਿ ਕੁਦਰਤ ਦੇ ਨਾਲ ਬਣਾਈ ਹੋਈ ਹੈ, ਆਯੁਰਵੇਦ ਦੀ ਚੀਜ਼ ਹੈ ਜਿਹੜੀ, ਔਰ ਬਿਲਕੁਲ ਜਿਹੜੀ ਹੈ ਸਾਈਡ ਇਫੈਕਟ ਨਹੀਂ ਕਰਦੀ, ਨੁਕਸਾਨ ਨਹੀਂ ਤੁਹਾਡੀ ਸਕਿਨ ਨੂੰ ਕਰਦੀ। ਕੀ ਹੈ ਉਹ ਜਾਣਦੇ ਹੋ ਉਸ ਦੇ ਬਾਰੇ, ਤੇ ਅੱਜ ਸਾਡੇ ਨਾਲ ਮੌਜੂਦ ਨੇ ਹਰਦੀਪ ਜੀ ਤੇ ਸੰਜੀਵ ਜੀ। ਤਾਂ ਉਹਨਾਂ ਕੋਲੋਂ ਜਾਣਾਂਗੇ ਕਿ ਆਖਰਕਾਰ ਕੀ ਇਹ ਨਵਾਂ ਨੁਸਖਾ ਹੈ ਜਾਂ ਕਿਹੜਾ ਇਹ ਨਵਾਂ ਪ੍ਰੋਡਕਟ ਹੈ ਜਿਹੜਾ ਕਿ ਤੁਹਾਡੀ ਸਕਿਨ ਨੂੰ ਬਿਲਕੁਲ ਹੈਲਦੀ ਰੱਖੇਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੱਸੋ ਜੀ, ਫਿਰ ਮੈਂ ਦੱਸਦਾ ਜਿਵੇਂ ਬੜੀ ਜ਼ਰੂਰੀ ਹੁੰਦੀ ਹੈ ਕੁਦਰਤ ਦੇ ਨਾਲ ਜੁੜੇ ਰਹਿਣਾ, ਤੇ ਚੀਜ਼ ਇੱਦਾਂ ਦੀ ਹੋਣੀ ਚਾਹੀਦੀ ਹੈ ਜਿਹੜੀ ਕਿ ਸਕਿਨ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ, ਕਿਉਂਕਿ ਸਕਿਨ ਸੈਂਸਿਟਿਵ ਬਹੁਤ ਹੁੰਦੀ ਹੈ, ਖਾਸ ਕਰ ਕੁੜੀਆਂ ਬਹੁਤ ਗੌਰ ਰੱਖਦੀਆਂ ਇਸ ਚੀਜ਼ ਦਾ। ਕੁੜੀਆਂ ਨਹੀਂ, ਮੁੰਡੇ ਵੀ ਰੱਖਦੇ ਅੱਜ ਕੱਲ੍ਹ। ਤਾਂ ਪਹਿਲਾਂ ਕੁੜੀਆਂ ਦੀ ਗੱਲ ਸੀਗੀ, ਹੁਣ ਮੁੰਡੇ ਵੀ ਰੱਖਦੇ ਆ, ਕਿਉਂਕਿ ਹਜ਼ਾਰਾਂ ਰੁਪਏ ਅਸੀਂ ਸਿਰਫ ਸਕਿਨ ਲਈ ਕਰ ਰਹੇ ਹਾਂ, ਬਟ ਉੱਥੇ ਆ ਕੇ ਹੀ ਸਕਿਨ ਖਰਾਬ ਕਰ ਰਹੇ ਹਾਂ। ਜਦੋਂ ਅਸੀਂ ਚੰਗੇ ਪਾਰਲਰ 'ਚ ਜਾਂਦੇ ਹਾਂ, ਉਹ ਕਹਿੰਦੇ ਜੀ ਤੁਸੀਂ ਫੇਸ਼ੀਅਲ ਕਿੱਟ ਜੋ ਵੀ ਹੈਗਾ ਨਾ ਉਹ ਯੂਜ਼ ਕਰਨੇ ਨੂੰ ਦਿੰਦੇ ਹੈਗੇ ਆ। ਸੋ ਉਹ ਕੈਮੀਕਲ ਵੇਸਟ ਹੁੰਦਾ ਆ। ਸੋ ਆਪਾਂ ਨੂੰ ਕੈਮੀਕਲ ਥੋੜ੍ਹੇ ਟਾਈਮ ਲਈ ਤਾਂ ਸੋਹਣਾ ਸੁਨੱਖਾ ਜ਼ਰੂਰ ਬਣਾਉਂਦੇ ਆ ਕਿ ਸ਼ੀਸ਼ੇ ਮੂਹਰੇ ਅਸੀਂ ਬਹੁਤ ਸੋਹਣੇ ਲੱਗਦੇ, ਪਰ ਲੌਂਗ ਟਰਮ ਲਈ ਸਾਨੂੰ ਪ੍ਰੋਬਲਮ ਕਿਤੇ ਨਾ ਕਿਤੇ ਆਉਂਦੇ, ਕਿਉਂਕਿ ਕੈਮੀਕਲ ਜਦੋਂ ਵੀ ਸਾਡੀ ਸਕਿਨ 'ਤੇ ਜਾਊਗਾ ਤਾਂ ਨੈਚੁਰਲੀ ਕੋਈ ਨਾ ਕੋਈ ਵੱਡੀ ਪ੍ਰੋਬਲਮ ਖੜੀ ਕਰੂਗਾ। ਸੋ ਸਾਡੀ ਟੀਮ ਹਰ ਤਰ੍ਹਾਂ, ਜਿਵੇਂ ਨੇਵਲ ਅੰਮ੍ਰਿਤ ਅਸੀਂ ਪਹਿਲਾਂ ਲੈ ਕੇ ਆਂਦਾ ਆ, ਪਾਚਕ ਅੰਮ੍ਰਿਤ ਅਸੀਂ ਲੈ ਕੇ ਆਂਦਾ ਆ, ਸੋ ਤ੍ਰਿਰਸ ਅੰਮ੍ਰਿਤ ਲੈ ਕੇ, ਇਸੇ ਤਰੀਕੇ ਨਾਲ ਸਾਡਾ ਹੁਣ ਹੈਗਾ ਸਕਿਨ ਅੰਮ੍ਰਿਤ ਤੇ ਹੇਅਰ ਅੰਮ੍ਰਿਤ। ਅਸੀਂ 2 ਪ੍ਰੋਡਕਟ ਲੈ ਕੇ ਆਏ, ਉਹ ਵੀ ਕੁਦਰਤ ਦੀ ਗੋਦ 'ਚੋਂ। ਜਿਵੇਂ ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਦਿੱਤੀਆਂ ਹੋਈਆਂ ਆ, ਉਹਨਾਂ ਚੀਜ਼ਾਂ ਤੋਂ ਤਿਆਰ ਕੀਤੀ ਹੋਈ ਇਹ ਸਾਡੀ ਮੈਡੀਸਨ ਹੈਗੀ ਆ, ਹੇਅਰ ਅੰਮ੍ਰਿਤ ਤੇ ਸਕਿਨ ਅੰਮ੍ਰਿਤ। ਤੁਹਾਡੇ ਕੋਲ ਸਕਿਨ ਅੰਮ੍ਰਿਤ ਹੈਗਾ ਤੁਹਾਡੇ ਹੱਥ ਦੇ ਵਿੱਚ, ਪਹਿਲਾਂ ਤਾਂ ਦਿਖਾਵੇ। ਸਕਿਨ ਅੰਮ੍ਰਿਤ ਹੈਗੀ ਆ ਜੀ। ਇਹਦੀ ਪੈਕਿੰਗ ਵੀ ਜੇਕਰ ਤੁਸੀਂ ਫੜ ਕੇ ਦੇਖੋਗੇ ਤਾਂ ਮਤਲਬ ਇਹਦੇ ਵਿੱਚ ਪਲਾਸਟਿਕ ਤੱਕ ਯੂਜ਼ ਨਹੀਂ ਕੀਤਾ ਸੀ। ਜੇ ਤੁਸੀਂ ਮਤਲਬ, ਕਿਉਂਕਿ ਜਦੋਂ ਵੀ ਅਸੀਂ ਕੋਈ ਚੀਜ਼ ਕੈਮੀਕਲ ਦੀ ਯੂਜ਼ ਕਰਾਂਗੇ ਉਹਦਾ ਹਿੱਸਾ ਅਸੀਂ ਵੀ ਬਣ ਜਾਂਗੇ, ਅਸੀਂ ਵੀ ਆਪਣੇ ਵਾਤਾਵਰਨ ਨੂੰ ਖਰਾਬ ਕਰ ਰਹੇ ਹਾਂ। ਸੋ ਸਾਡੀ ਟੀਮ ਦਾ ਹਮੇਸ਼ਾ ਹੀ ਇਹ ਰਿਹਾ ਕਿ ਅਸੀਂ ਕੋਈ ਵੀ ਚੀਜ਼ ਜਿਹੜੀ ਕੁਦਰਤ ਤੋਂ ਬਾਹਰ ਹੀ ਨਹੀਂ ਲੈ ਕੇ ਆਉਂਦੀ, ਠੀਕ ਹੈ ਨਾ। ਸੋ ਜਿਵੇਂ ਆਪਾਂ ਪਹਿਲਾਂ ਤੁਹਾਡੀ ਵੀਡੀਓ ਨਾਲ ਗੱਲ ਵੀ ਕੀਤੀ ਸੀ ਕਿ ਨੇਵਲ ਅੰਮ੍ਰਿਤ ਇੱਕ ਕੁਦਰਤੀ ਚੀਜ਼ ਹੈਗੀ ਆ।
ਸੋ ਆਪਾਂ ਉਹਨੂੰ ਕੁਦਰਤ ਦੀ ਚੀਜ਼ ਇਸ ਕਰਕੇ ਕਿਹਾ ਸੀ ਕਿਉਂਕਿ ਉਹ ਕੁਦਰਤ ਦੁਆਰਾ ਦਿੱਤੀਆਂ ਗਈਆਂ ਸੌਗਾਤਾਂ ਦਾ, ਜਿਵੇਂ ਮੈਂ ਆਇਲਾਂ ਦੀ ਗੱਲ ਕੀਤੀ ਸੀਗੀ, ਇਹ ਵੀ ਆਇਲ ਬੇਸਡ ਹੈਗਾ ਆ, ਠੀਕ ਹੈ ਨਾ। ਕੁਦਰਤੀ ਆਇਲ ਹੈਗੇ ਉਹਨਾਂ ਤੋਂ ਤਿਆਰ ਕੀਤਾ ਗਿਆ ਔਰ ਹੈਂਡਮੇਡ ਹੈਗਾ ਆ। ਇਹਦੇ ਵਿੱਚ ਮਸ਼ੀਨੀ ਕੁਝ ਵੀ ਅਸੀਂ ਯੂਜ਼ ਨਹੀਂ ਕਰਦੇ, ਤਾਂ ਜੋ ਸਾਡੇ ਭੈਣ ਭਰਾ ਜਿਹੜੇ ਇਹਨੂੰ ਯੂਜ਼ ਕਰਨਗੇ ਤਾਂ ਉਹਨਾਂ ਨੂੰ ਸਮ ਟਾਈਮ ਬਾਅਦ ਇੱਕ ਵੱਖਰਾ ਨਜ਼ਾਰਾ ਆਪਣੇ ਫੇਸ ਤੇ ਦੇਖਣ ਨੂੰ ਮਿਲੇਗਾ। ਇਸ ਵੇਲੇ ਇਹਦੇ 'ਚ ਜਿਹੜੀਆਂ ਚੀਜ਼ਾਂ ਯੂਜ਼ ਹੁੰਦੀਆਂ ਨੇ, ਜਿਵੇਂ ਤੁਸੀਂ ਆਇਲ ਦੀ ਗੱਲ ਕੀਤੀ ਹੈ, ਪਰ ਜਿੰਨੇ ਕੁ ਅਸੀਂ ਹੁਣ ਤੱਕ ਫੇਸ ਵਾਸ਼ ਦੇਖੇ ਨੇ ਜਾਂ ਸਕਿਨ ਦੇ ਉੱਤੇ ਪ੍ਰੋਡਕਟ ਯੂਜ਼ ਹੁੰਦੇ ਦੇਖੇ ਨੇ, ਉਹ ਲਿਕੁਇਡ ਫਾਰਮ ਦੇ ਵਿੱਚ ਹੁੰਦੇ ਸੀਗੇ। ਅੱਜ ਕੱਲ੍ਹ ਤਾਂ ਖਾਸ ਤੌਰ ਦੇ ਉੱਤੇ ਕਹਿੰਦੇ ਵੀ ਮੂੰਹ ਦੇ ਉੱਤੇ ਸਾਬਣ ਨਹੀਂ ਲਾਉਣਾ ਹੈਗਾ ਜਮਾਂ ਵੀ, ਉਹ ਫੇਸ ਵਾਸ਼ ਵੱਖਰਾ ਲਿਆ ਕੇ ਰੱਖੇ ਹੁੰਦੇ ਨੇ ਮਹਿੰਗੇ ਮਹਿੰਗੇ ਸਾਰਿਆਂ ਨੇ। ਹੁਣ ਇਹ ਸਾਬਣ ਵਾਲੀ ਫਾਰਮ ਦੇ ਵਿੱਚ ਆ ਗਿਆ। ਦੇਖੋ ਕਿਸੇ ਵੀ ਚੀਜ਼ ਦਾ ਰੂਪ ਕੁਝ ਵੀ ਹੋ ਸਕਦਾ, ਬਟ ਉਹਦੇ ਵਿੱਚ ਯੂਜ਼ ਕੀ ਕੀਤਾ ਸਾਨੂੰ ਉਹ ਸਮਝਣ ਦੀ ਲੋੜ ਹੈਗੀ ਆ। ਕਿਉਂਕਿ ਜਿਵੇਂ ਇਹਦੇ ਵਿੱਚ ਗੌਟ ਮਿਲਕ ਹੈ, ਬੱਕਰੀ ਦੇ ਦੁੱਧ ਤੋਂ ਤਿਆਰ ਕੀਤਾ ਹੋਇਆ। ਹੁਣ ਦੇਖੋ ਦੁੱਧ ਕੋਈ ਵੀ ਹੋਵੇ ਉਹ ਸਕਿਨ ਲਈ ਬਹੁਤ ਬੈਸਟ ਹੁੰਦਾ, ਪਰ ਜੇਕਰ ਬੱਕਰੀ ਦਾ ਦੁੱਧ ਹੋਵੇ ਹੋਰ ਵੀ ਜ਼ਿਆਦਾ ਬੈਸਟ। ਸੋ ਇਹ ਉਹਨਾਂ ਕੁਦਰਤੀ ਚੀਜ਼ਾਂ ਤੋਂ ਤਿਆਰ ਹੈ, ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੈਗਾ, ਕੋਈ ਵੀ ਇੱਦਾਂ ਦਾ ਹਰਬ ਨਹੀਂ ਪਾਇਆ ਜਿਹੜੇ ਸਾਡੀ ਸਕਿਨ ਨੂੰ ਖਰਾਬ ਕਰੇਗਾ। ਜਦ ਕਿ ਜਿੱਦਾਂ ਜਿੱਦਾਂ ਅਸੀਂ ਯੂਜ਼ ਕਰਦੇ ਜਾਵਾਂਗੇ ਉਸ ਤਰੀਕੇ ਨਾਲ ਸਾਡੀ ਸਕਿਨ ਹੋਰ ਵੀ ਬੈਟਰ ਹੁੰਦੀ ਜਾਏਗੀ। ਬਿਲਕੁਲ, ਬਹੁਤ ਦਿੱਕਤ ਹੁੰਦੀ ਹੈ ਜਦੋਂ ਪਿੰਪਲਸ ਫੇਸ ਦੇ ਉੱਤੇ ਆ ਜਾਣ, ਛਾਈਆਂ ਫੇਸ ਦੇ ਉੱਤੇ ਆ ਜਾਣ, ਮਾਰਕਸ ਕੋਈ ਫੇਸ ਦੇ ਉੱਤੇ ਰਹਿ ਜਾਣ, ਕਿ ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਵੀ ਕੰਮ। ਬਿਲਕੁਲ ਜੀ ਬਿਲਕੁਲ, ਜੇਕਰ ਤੁਸੀਂ ਲਗਾਤਾਰ ਇਸ ਚੀਜ਼ ਨੂੰ 6 ਮਹੀਨੇ ਯੂਜ਼ ਕਰਦੇ ਆ, ਚਾਹੇ ਉਹ ਕਿਸੇ ਤਰੀਕੇ ਨਾਲ ਵੀ ਆਇਆ ਹੋਣਾ ਵੇ, ਤੁਹਾਡੇ ਚਿਹਰਾ ਖਰਾਬ ਕਿਸੇ ਤਰੀਕੇ ਨਾਲ ਵੀ ਹੋਇਆ ਹੋਵੇ, ਉਹ ਹੌਲੀ 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 ਇਹਨੇ ਉਹਨੂੰ ਅਸਲੀ ਰੂਪ ਵਿੱਚ ਲਿਆਉਣਾ, ਅਸਲੀ ਤਹਿ 'ਤੇ ਲਿਆਉਣਾ। ਜਿਹੜੀ ਅਸੀਂ ਬਾਹਰੀ, ਇੱਕ ਤਾਂ ਸਾਡਾ ਖਾਣ ਪੀਣ ਬਿਲਕੁਲ ਚੇਂਜ ਹੋਣਾ ਜ਼ਰੂਰੀ ਆ, ਸਭ ਤੋਂ ਵੱਡੀ ਗੱਲ ਹੈ, ਕਿਉਂਕਿ ਅੰਦਰੋਂ ਵੀ ਸਾਫ਼ ਹੋਣਾ ਜ਼ਰੂਰੀ ਆ। ਸਕਿਨ ਅਸੀਂ ਬਾਹਰੋਂ ਤਾਂ ਸੋਹਣੇ ਲੱਗਦੇ ਹਾਂ, ਬਟ ਕਈ ਵਾਰੀ ਅਸੀਂ ਅੰਦਰੋਂ ਸੋਹਣੇ ਨਹੀਂ ਹੁੰਦੇ, ਖਾਸ ਕਰਕੇ ਲੇਡੀਜ਼, ਕਿਉਂਕਿ ਲੇਡੀਜ਼ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਆ, ਇੰਟਰਨਲ ਪ੍ਰੋਬਲਮਸ ਹੁੰਦੀਆਂ, ਜਿਹਦੇ ਕਾਰਨ ਉਹਨਾਂ ਦਾ ਸਾਰੀ ਪ੍ਰੋਬਲਮ ਚਿਹਰੇ 'ਤੇ ਦਿਖਦੀ ਆ। ਉਹ ਕੋਈ ਵੀ ਤਰੀਕਾ ਹੋ ਸਕਦਾ, ਮੰਨ ਕੇ ਚਲੋ ਕਈ ਵਾਰੀ ਕਿਸੇ ਲੇਡੀਜ਼ ਨੇ ਅਬੋਰਸ਼ਨ ਕਰਾਇਆ ਹੁੰਦਾ ਆ, ਉਹਦੀ ਵਜ੍ਹਾ ਵੀ ਸਕਿਨ 'ਤੇ ਸ਼ੋ ਹੁੰਦੀ ਆ। ਕਈ ਵਾਰੀ ਜਿਹੜੀ ਮੰਥਲੀ ਆਉਂਦੀ ਆ ਉਹਦੇ ਦੌਰਾਨ ਵੀ ਕੋਈ ਪ੍ਰੋਬਲਮ ਆ ਸਕਦੀ। ਸੋ ਸਾਰੀਆਂ ਪ੍ਰੋਬਲਮਾਂ ਹੁੰਦੀਆਂ ਜਦੋਂ ਅਸੀਂ ਕੁਦਰਤ ਦੇ ਰੂਪ ਨਾਲ ਜੁੜ ਗਏ, ਕੁਦਰਤ ਨਾਲ ਜੁੜੇ ਹੋਏ ਆ, ਕੁਦਰਤ ਦੀਆਂ ਚੀਜ਼ਾਂ ਲੈ ਰਹੇ ਆ, ਇਨਟੇਕ ਕਰ ਰਹੇ ਆ, ਜਾਂ ਸਕਿਨ 'ਤੇ ਵੀ ਯੂਜ਼ ਕਰਾਂਗੇ, ਉਹ ਤੁਹਾਨੂੰ ਕੁਦਰਤ ਨੇ ਹੌਲੀ 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 ਆਪਣੇ ਮੁਤਾਬਕ ਲੈ ਜਾਣਾ ਲੈਣਾ। ਤੇ ਦੂਸਰੇ ਪਾਸੇ ਸੰਜੀਵ ਜੀ, ਤੁਹਾਡੇ ਕੋਲ ਹੈਅਰ ਵਾਸਤੇ ਸੀਗਾ, ਤੇ ਉਹ ਵੀ ਦੱਸੋ ਹੁਣ ਸਾਨੂੰ। ਹੈਅਰ ਅੰਮ੍ਰਿਤ ਦੇ ਵਿੱਚ ਕੀ ਹੈ ਇਦਾਂ? ਹੇਅਰ ਅੰਮ੍ਰਿਤ ਹੈ ਜੀ, ਸ਼ੈਂਪੂ ਬਾਰ ਹੈ। ਇਹਦੀ ਵੀ ਖਾਸੀਅਤ ਇਹ ਹੈਗੀ ਆ ਵੀ ਇਹ ਜਿਹੜਾ ਸ਼ੈਂਪੂ ਬਾਰ ਹੈ, ਆਮ ਤੌਰ 'ਤੇ ਸ਼ੈਂਪੂ ਵੀ ਆਪਾਂ ਲਿਕੁਇਡ ਫਾਰਮ ਦੇ ਵਿੱਚ ਹੀ ਦੇਖਦੇ ਹਾਂ, ਲੇਕਿਨ ਇਹ ਜਿਹੜਾ ਹੈਗਾ ਇਹ ਵੀ ਸਾਬਣ ਵਰਗਾ ਹੀ ਹੈ ਜੀ। ਜਿੱਦਾਂ ਹਰਦੀਪ ਜੀ ਨੇ ਗੱਲ ਕੀਤੀ ਆ ਵੀ ਆਪਾਂ ਇਹਦੇ ਵਿੱਚ ਕੁਝ ਵੀ ਜਿਹੜਾ ਹੈਗਾ ਆ ਉਹ ਗੈਰ ਕੁਦਰਤੀ ਯੂਜ਼ ਨਹੀਂ ਕਰਦੇ। ਇਹਦੇ ਵਿੱਚ ਜਿਹੜੀ ਆ ਪੈਕਿੰਗ ਵੀ ਕੀਤੀ ਹੋਈ ਆ, ਤੁਸੀਂ ਇਹਨੂੰ ਦੇਖ ਸਕਦੇ ਹੋ ਵੀ ਇਹ ਹੈਂਡਮੇਡ ਹੈ, ਕਿਉਂਕਿ ਜੇ ਮਸ਼ੀਨੀ ਹੋਵੇ ਤਾਂ ਕਿਸੇ ਹੋਰ ਢੰਗ ਦੇ ਨਾਲ ਹੋਣੇ ਆ। ਇਹ ਵੀ ਜਦੋਂ ਇਹਦੇ 'ਤੇ ਪਾਣੀ ਪੈਂਦਾ ਇਹ ਕਾਗਜ਼ ਜਿਹੜਾ ਹੈਗਾ ਇਹ ਵੀ ਗਲ ਜਾਂਦਾ। ਸੋ ਜਦੋਂ ਇਹਨੂੰ ਯੂਜ਼ ਵੀ ਕਰਨਾ ਹੈਗਾ, ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਇੱਕ ਵਾਰ ਗਿੱਲਾ ਹੋ ਗਿਆ ਮੁੜ ਕੇ ਆ ਕਾਗਜ਼ ਦੇ ਵਿੱਚ ਦੁਬਾਰਾ ਨਹੀਂ ਲਪੇਟਣਾ ਇਹਨੂੰ, ਔਰ ਹਵਾ ਲਵਾ ਕੇ ਥੋੜ੍ਹੀ ਜਿਹੀ ਫਿਰ ਹੀ ਅਸੀਂ ਇਹਨੂੰ ਆਪਣਾ ਰੂਮ ਟੈਂਪਰੇਚਰ ਦੇ ਉੱਤੇ ਰੱਖਣਾ ਹੁੰਦਾ ਹੈ ਜੀ। ਜੜੀ ਬੂਟੀਆਂ ਦਾ ਬਣਿਆ ਹੋਇਆ ਔਰ ਇਸ ਤਰੀਕੇ ਦਾ ਹੈ। ਜੇ ਤੁਸੀਂ ਇਹਨੂੰ ਇਹਦੀ ਖੁਸ਼ਬੂ ਲੈ ਕੇ ਦੇਖੋਗੇ ਤਾਂ ਮੈਨੂੰ ਲੱਗਦਾ ਹੈ ਕਿ ਜੇ ਆਪਾਂ ਵਾਸ਼ਰੂਮ ਛੱਡਣਾ ਹੋਵੇ ਤਾਂ ਅਲੱਗ ਤੋਂ ਕਿਸੇ ਫ੍ਰੈਗਨੈਂਸ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ। ਪਹਿਲੀ ਗੱਲ ਇਹ। ਦੂਜੀ ਗੱਲ ਇਹ, ਜਿਹੜੀ ਚੀਜ਼ ਬਣੀ ਹੋਈ ਹੈ ਜੀ, ਆਮਲਾ, ਸ਼ਿਕਾਕਾਈ ਔਰ ਰੀਠਾ ਜਿਹੜਾ ਹੈਗਾ ਹੈ ਜੀ, ਇਹਦੇ ਵਿੱਚ ਉਹ ਵੀ ਹੈਗਾ, ਕੋਕੋਨਟ ਆਇਲ ਵੀ ਹੈਗਾ ਔਰ ਕੋਕੋਨਟ ਬਟਰ ਵੀ ਹੈਗਾ ਜੀ। ਇਹਦੇ 'ਚ ਮੈਂਗੋ ਬਟਰ ਵੀ ਹੈ। ਅੰਬ ਖਾਂਦੇ ਸੁਣੇ ਹੋਣੇ ਆ ਤੁਸੀਂ, ਲੇਕਿਨ ਇਹਦੇ 'ਚ ਮੈਂਗੋ ਬਟਰ ਹੈ। ਇੱਦਾਂ ਦੀਆਂ ਬਹੁਤ ਸਾਰੀਆਂ ਜੜੀ ਬੂਟੀਆਂ ਤੋਂ ਇਹ ਤਿਆਰ ਹੈਗਾ ਜੀ। ਹਰ ਔਰਤ ਹੈ, ਚਾਹੇ ਉਹ ਮਰਦ ਹੈਗਾ, ਅੱਜ ਦੇ ਸਮੇਂ 'ਚ ਉਹਨੂੰ ਆਪਣੀ ਸਕਿਨ ਔਰ ਵਾਲਾਂ ਦੇ ਨਾਲ ਬੜਾ ਪਿਆਰ ਹੈ। ਵਾਲ ਝੜਦੇ ਦੇਖ ਕੇ ਕੋਈ ਵੀ ਰਾਜ਼ੀ ਨਹੀਂ ਹੈਗਾ ਨਾ। ਲੋਕ ਉਹ ਟਰਾਂਸਪਲਾਂਟ ਕਰਵਾ ਰਹੇ ਆ ਵਾਲ ਜਿਹੜੇ ਆ, ਕਿਉਂਕਿ ਵਾਲ ਖੂਬਸੂਰਤੀ ਦੀ ਇੱਕ ਨਿਸ਼ਾਨੀ ਹੈਗੀ ਆ। ਸੋ ਇਹ ਜਿਹੜਾ ਸ਼ੈਂਪੂ ਬਾਰ ਹੈਗਾ ਜੀ, ਗਿੱਲੇ ਵਾਲਾਂ ਦੇ ਉੱਤੇ ਜੈਂਟਸ ਜਿਹੜੇ ਹੈਗੇ ਆ ਰੋਜ਼ਾਨਾ ਪੂਰੇ ਸਿਰ ਦੇ ਉੱਤੇ 1 ਜਾਂ 2 ਵਾਰੀ ਇਹਨੂੰ ਘੁਮਾਉਣਾ ਹੁੰਦਾ, ਇੰਨਾ ਹੀ ਬਸ, ਇੰਨਾ ਹੀ ਕਾਫੀ ਹੈਗਾ। ਅਤੇ ਜਿਹੜੀਆਂ ਲੇਡੀਜ਼ ਆ, ਕਿਉਂਕਿ ਵਾਲ ਥੋੜ੍ਹੇ ਲੰਬੇ ਹੁੰਦੇ ਆ, ਅਤੇ ਉਹ ਵੱਧ ਤੋਂ ਵੱਧ 3 ਜਾਂ 4 ਵਾਰੀ, ਮੰਨ ਲਓ ਡਬਲ ਕਰ ਲਓ ਜੈਂਟਸ ਤੋਂ। ਔਰ ਲੇਡੀਜ਼ ਤਾਂ ਪਤਾ ਹੀ ਆ ਵੀ ਹਫ਼ਤੇ 'ਚ 2 ਜਾਂ 3 ਵਾਰੀ ਇਹਨੂੰ ਯੂਜ਼ ਕਰ ਸਕਦੀਆਂ, ਕਿਉਂਕਿ ਨੋਰਮਲ ਰੋਜ਼ਾਨਾ ਲੇਡੀਜ਼ ਸਿਰ ਨਹੀਂ ਧੋਂਦੀਆਂ ਹੈਗੀਆਂ। ਵਾਲ ਝੜਨੋਂ ਬੰਦ ਹੋ ਜਾਣੇ ਆ ਜੀ।
ਜਦੋਂ ਤੁਹਾਨੂੰ ਵਰਤਦਿਆਂ ਨੂੰ 2 ਤੋਂ 3 ਹਫ਼ਤੇ ਹੋ ਗਏ, ਤੁਹਾਡੇ ਵਾਲ ਬਿਲਕੁਲ ਝੜਨੋਂ ਹੌਲੀ ਹੌਲੀ ਜਿਹੜੀ ਹੈਗੀ ਆ ਉਹ ਖਾਤਮੇ ਵਾਲੇ ਪਾਸੇ ਨੂੰ ਤੁਰ ਪੈਣੇ ਆ। ਇਹ ਤੋਂ ਇਲਾਵਾ ਜਿਹੜੀ ਵਾਲਾਂ ਦੇ ਵਿੱਚ ਸਿੱਕਰੀ ਆ ਜਾਂਦੀ ਆ, ਡੈਂਡਰਫ ਆਉਂਦਾ ਹੈਗਾ, ਇਹਨੇ ਉਹ ਖ਼ਤਮ ਕਰਨਾ ਹੁੰਦਾ। 2 ਮੂੰਹੇ ਵਾਲ ਜਿਹੜੇ ਹੈਗੇ ਆ ਉਹ ਖ਼ਤਮ ਕਰਨੇ ਹੁੰਦੇ ਆ। ਇਸ ਤੋਂ ਇਲਾਵਾ ਵਾਲ ਲੰਬੇ ਵੀ ਕਰਨੇ ਹੁੰਦੇ ਆ, ਔਰ ਵਾਲਾਂ ਦਾ ਜਿਹੜਾ ਪਤਲਾਪਨ ਹੈਗਾ ਉਹ ਵੀ ਇਹਨੇ ਖ਼ਤਮ ਕਰਨਾ ਹੁੰਦਾ। ਮੰਨ ਲਓ ਵਾਲਾਂ ਦੀ ਜਿਹੜੀ ਸੁੰਦਰਤਾ ਹੈ, ਕਿਉਂਕਿ ਦੇਖੋ ਸਕਿਨ ਦੇ ਉੱਤੇ ਜਿਹੜਾ ਹੈਗਾ ਆ ਉਹ ਕੰਮ ਕਰਨਾ, ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਦਾ, ਥੋੜ੍ਹੀ ਜਿਹੀ ਜਾਣਕਾਰੀ ਹੋਰ ਦੇਣ ਦੀ ਕੋਸ਼ਿਸ਼ ਕਰੂੰਗਾ। ਅਤੇ ਇਹ ਜਿਹੜਾ ਹੋ ਗਿਆ, ਵਾਲ ਵੀ ਸਾਡੇ ਸੈੱਲ ਨਾਲ ਜੁੜੇ ਹੋਏ ਆ। ਐਕਸਟਰਨਲ ਤੌਰ 'ਤੇ ਜਦੋਂ ਆਪਾਂ ਇਹਦਾ ਯੂਜ਼ਸ ਕਰਨੀ ਹੈਗੀ ਆ, ਇਹਨੇ ਵਾਲਾਂ ਦੇ ਵਿੱਚ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਕੁਦਰਤੀ ਤੇਲ ਪਾਏ ਹੋਏ ਆ, ਇਸੇ ਕਰਕੇ ਅਸੀਂ ਕਹਿੰਦੇ ਵੀ ਇਹਨੂੰ ਗਿੱਲਾ ਨਹੀਂ ਕਰਨਾ ਜਾਂ ਬਹੁਤ ਜ਼ਿਆਦਾ ਧੁੱਪੇ ਨਹੀਂ ਰੱਖਣਾ, ਨਹੀਂ ਤਾਂ ਇਹ ਖਤਮ ਹੋ ਜਾਏਗਾ। ਬਾਹਰੋਂ ਜਦੋਂ ਆਪਾਂ ਇਹਨੂੰ ਯੂਜ਼ ਕਰਨਾ ਹੈਗਾ ਤਾਂ ਇਹਨੇ ਹੌਲੀ ਹੌਲੀ ਸਾਡੇ ਜਦੋਂ ਵਾਲਾਂ ਦੀਆਂ ਜੜ੍ਹਾਂ ਦੇ ਵਿੱਚ ਰਚਣਾ ਹੈਗਾ, ਠੀਕ ਹੈ ਜੀ, ਸਾਡੇ ਸੈੱਲਾਂ ਨੂੰ ਪੋਸ਼ਣ ਮਿਲਣਾ ਸ਼ੁਰੂ ਹੋ ਜਾਣਾ। ਜਦੋਂ ਸੈੱਲ ਸਟਰੋਂਗ ਹੋ ਗਏ ਅਤੇ ਮੁੜ ਕੇ ਉਹ ਨਾ ਸਿੱਕਰੀ ਰਹਿਣੀ ਹੈ, ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋ ਜਾਣੀਆਂ, ਝੜਨੋਂ ਹਟ ਜਾਣੇ। ਜਦੋਂ ਜੜ੍ਹਾਂ ਮਜ਼ਬੂਤ ਹੋ ਗਈਆਂ ਅਤੇ 2 ਮੂੰਹੇ ਵਾਲ ਜਾਂ ਪਤਲੇ ਵਾਲ ਜਿਹੜੇ ਹੈਗੇ ਆ ਉਹ ਖਤਮ ਹੋਣੇ ਸ਼ੁਰੂ ਹੋ ਜਾਣੇ। ਇਹ ਗੱਲ ਪੱਕੀ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੱਸਦੀਆਂ ਤੁਸੀਂ, ਔਰ ਹਰ ਇੱਕ ਚੀਜ਼ ਵਾਸਤੇ ਕੁੜੀਆਂ ਹੋਣ ਜਾਂ ਮੁੰਡੇ ਹੋਣ ਉਹ ਅਲੱਗ-ਅਲੱਗ ਪ੍ਰੋਡਕਟ ਯੂਜ਼ ਕਰਦੇ ਆ। ਜਿਵੇਂ ਵਾਲ ਝੜਦੇ ਹੋਣ ਤਾਂ ਉਹਦੇ ਲਈ ਵੱਖਰੀ ਚੀਜ਼ ਹੁੰਦੀ ਹੈ, ਜੇ ਸਿੱਕਰੀ ਹੋਵੇ ਤਾਂ ਵੱਖਰੀ ਚੀਜ਼ ਹੁੰਦੀ ਹੈ, 2 ਮੂੰਹੇ ਵਾਲਾਂ ਲਈ ਵੱਖਰਾ ਕੁਝ ਕਰਦੇ। ਦੇਖੋ ਐਕਚੁਅਲੀ ਉਹ ਸਾਰੀਆਂ ਚੀਜ਼ਾਂ ਇਹ ਹੈਗੀਆਂ ਜੀ ਵੀ ਜਿਹੜਾ ਕਾਰਪੋਰੇਟ ਘਰਾਣਾ ਹੈ ਨਾ, ਉਹਨਾਂ ਨੇ ਦੇਖਣਾ ਵੀ ਸਾਨੂੰ ਮੁਨਾਫਾ ਕਿੱਦਾਂ ਹੁੰਦਾ। ਇਸ ਕਰਕੇ ਜਿਹੜੀ ਚੀਜ਼ ਮੈਂ ਚਲੋ ਕਿਉਂਕਿ ਸਾਡਾ ਹੈਲਥ ਨਾਲ ਰਿਲੇਟਡ ਹੈਗਾ ਆ, ਆਪਾਂ ਕਈ ਵਾਰੀ ਨਾ ਪ੍ਰਾਈਵੇਟ ਹਸਪਤਾਲ ਆ ਜਿਹੜੇ ਉਹਨਾਂ ਦੀ ਤਾਰੀਫ ਬੜੀ ਕਰਦੇ ਆ ਜੀ। ਉੱਥੇ ਅਸੀਂ ਗਏ ਤਾਂ ਕੇਅਰ ਹੀ ਬਹੁਤ ਹੁੰਦੀ ਹੈ। ਕੇਅਰ ਕਿੱਦਾਂ ਹੁੰਦੀ ਹੈ ਜੀ, ਪਹਿਲੀ ਨਰਸ ਆਉਂਦੀ ਆ ਉਹ BP ਚੈੱਕ ਕਰ ਜਾਂਦੀ ਆ, 15-20 ਮਿੰਟਾਂ ਬਾਅਦ ਅਗਲੀ ਆਉਂਦੀ ਆ ਉਹ ਬੁਖਾਰ ਚੈੱਕ ਕਰ ਜਾਂਦੀ ਆ, ਅੱਧੇ ਘੰਟੇ ਬਾਅਦ ਅਗਲੀ ਆਉਂਦੀ ਆ ਉਹ ਇੰਜੈਕਸ਼ਨ ਲਾ ਜਾਂਦੇ ਆ। ਇਹ ਤਿੰਨੋਂ ਕੰਮ ਇੱਕ ਜਣੀ ਵੀ ਕਰ ਸਕਦੀ ਸੀ। ਸਾਨੂੰ ਇੱਦਾਂ ਲੱਗਦਾ ਵੀ ਵਾਰ-ਵਾਰ ਆ ਰਹੇ ਆ ਔਰ ਕੇਅਰ ਸ਼ਾਇਦ ਜ਼ਿਆਦਾ ਹੋ ਰਹੀ ਆ। ਸੇਮ ਇਹੀ ਚੀਜ਼ ਹੈ ਜੀ। ਇਸ ਜਿਹੜਾ ਕੰਮ ਇੱਕੋ ਹੀ ਚੀਜ਼ ਕਰ ਸਕਦੀ ਆ, ਉਹਦੇ ਲਈ ਪੈਸਾ ਕਮਾਉਣ ਦੇ ਲਈ ਅਸੀਂ ਅਲੱਗ-ਅਲੱਗ ਚੀਜ਼ਾਂ ਕਰੀਏ, ਹੈ ਨਾ। ਉਹ ਪੈਸਾ ਤਾਂ ਸਾਡੇ ਕੋਲੋਂ ਜਾਣਾ। ਉਹ ਜੇ ਉਹ 3 ਜਣੀਆਂ ਵੱਖ-ਵੱਖ ਆ ਰਹੀਆਂ ਤਾਂ ਉਹਨਾਂ ਦੀ ਤਨਖਾਹ ਅਸੀਂ ਦੇ ਰਹੇ ਹਾਂ ਨਾ। ਅਤੇ ਜੇ ਆਪਾਂ ਡੈਂਡਰਫ ਲਈ ਵੱਖਰਾ ਵਰਤਾਂਗੇ, ਅਸੀਂ ਵਾਲ ਝੜਨੇ ਤੋਂ ਵੱਖਰਾ ਵਰਤਾਂਗੇ, ਅਸੀਂ 2 ਮੂੰਹੇ ਵਾਲਾਂ ਲਈ ਕੋਈ ਵੱਖਰੀ ਚੀਜ਼ ਵਰਤਾਂਗੇ, ਬੋਝ ਤਾਂ ਸਾਡੀ ਜੇਬ 'ਤੇ ਪੈਣਾ ਹੈਗਾ ਨਾ। ਕਿਉਂ ਨਾ ਇੱਕੋ ਹੀ ਚੀਜ਼ ਵਰਤ ਲਈਏ। ਇਹਨੇ ਵਾਲ ਝੜਨ ਤੋਂ ਵੀ ਰੋਕਣੇ ਆ, ਵਾਲ ਲੰਬੇ ਵੀ ਕਰਨੇ ਆ, ਵਾਲਾਂ ਦਾ ਪਤਲਾਪਨ ਵੀ ਖਤਮ ਕਰਨਾ ਹੈਗਾ, ਔਰ 2 ਮੂੰਹੇ ਵਾਲ ਜਿਹੜੇ ਹੈਗੇ ਆ ਉਹ ਵੀ ਖਤਮ ਕਰਨੇ ਆ। ਔਰ ਸਭ ਤੋਂ ਵੱਡੀ ਗੱਲ ਆ, ਕੁਦਰਤੀ ਰੂਪ ਦੇ ਵਿੱਚ ਬਣਿਆ ਹੋਇਆ, ਜੜੀ ਬੂਟੀਆਂ ਦਾ ਬਣਿਆ ਹੋਇਆ, ਔਰ ਇਹਦੇ ਵਿੱਚ ਉਹ ਚੀਜ਼ਾਂ ਪਾਈਆਂ ਹੋਈਆਂ ਜਿਹੜੇ ਸਾਡੇ ਬਜ਼ੁਰਗ ਯੂਜ਼ ਕਰਦੇ ਰਹੇ। ਗੱਲ ਫਿਰ ਬਜ਼ੁਰਗਾਂ 'ਤੇ ਛੱਡ ਦਿੰਦੇ ਅਸੀਂ ਲਿਆ ਕੇ, ਕਿਉਂਕਿ ਬਜ਼ੁਰਗ ਜਿਹੜੇ ਹੈਗੇ ਆ ਉਹ ਇਹ ਚੀਜ਼ਾਂ ਦਾ ਇਸਤੇਮਾਲ ਕਰਦੇ ਸੀ। ਉਹਨਾਂ ਦੇ ਕੋਲ ਸ਼ੈਂਪੂ ਨਹੀਂ ਸੀ ਵਾਲ ਧੋਣ ਦੇ ਲਈ, ਉਹਨਾਂ ਦੇ ਕੋਲ ਜੜੀ ਬੂਟੀਆਂ ਸੀਗੀਆਂ। ਰੀਠਾ ਸਾਨੂੰ ਅੱਜ ਥੋੜ੍ਹੀ ਪਤਾ ਲੱਗਿਆ ਵੀ ਵਾਲਾਂ ਦੇ ਲਈ, ਜਾਂ ਸ਼ਿਕਾਕਾਈ ਬਾਰੇ ਅੱਜ ਨਹੀਂ ਪਤਾ ਲੱਗਿਆ। ਬਜ਼ੁਰਗ ਯੂਜ਼ ਕਰਦੇ ਸੀ ਤਾਂ ਸਾਨੂੰ ਅੱਜ ਪਤਾ ਲੱਗਿਆ। ਬਜ਼ੁਰਗਾਂ ਨੂੰ ਮੋਬਾਈਲ ਬਾਰੇ ਨਹੀਂ ਪਤਾ ਸੀ ਕਿਉਂਕਿ ਉਹ ਯੂਜ਼ ਨਹੀਂ ਕਰਦੇ ਸੀ, ਹੈ ਨਾ। ਮੋਬਾਈਲ ਅੱਜ ਆ ਸਾਡੇ ਕੋਲ, ਅਸੀਂ ਕਿਸੇ ਸਿਆਣੇ ਬੰਦੇ ਨੂੰ ਦੱਸ ਸਕਦੇ ਹਾਂ। ਸਿਆਣਾ ਬੰਦਾ ਸਾਨੂੰ ਜਿਹੜਾ ਵੱਡੀ ਉਮਰ ਦਾ ਉਹ ਦੱਸੂਗਾ ਆਪਣੇ ਸਮੇਂ ਦੀ ਗੱਲ। ਸੋ ਜਿਹੜੀ ਉਹਨਾਂ ਦੇ ਸਮੇਂ ਦੀ ਗੱਲ ਆ ਉਹ ਵਾਕਈ ਕੁਦਰਤੀ ਗੱਲਾਂ ਸੀਗੀਆਂ ਜਿਹੜੀਆਂ ਉਹ ਔਰ ਸਾਡੀ ਤੰਦਰੁਸਤੀ ਲਈ ਉਹ ਫਾਇਦੇਮੰਦ ਸੀਗੀਆਂ। ਅਤੇ ਉਹੀ ਚੀਜ਼ਾਂ ਨੂੰ ਮੁੜ ਕੇ ਦੁਬਾਰਾ ਲੈ ਕੇ ਆਉਂਦਾ ਜੀ। ਅਤੇ ਜਿਹੜਾ ਇਹ ਸਕਿਨ ਅੰਮ੍ਰਿਤ ਹੈਗਾ ਆ, ਫੇਸ਼ੀਅਲ ਬਾਰ ਆ ਜੀ, ਇਹ ਜੇ ਆਪਾਂ ਇਹਨੂੰ ਵੀ ਖੋਲ੍ਹ ਕੇ ਦੇਖਦੇ ਹੈਗੇ ਆ, ਕਿਉਂਕਿ ਛਾਈਆਂ 'ਤੇ ਮੇਨ ਕੰਮ ਕਰਦਾ ਜੀ ਇਹ। ਔਰ ਛਾਈਆਂ ਹੋਣ ਦੇ ਕਾਰਨ ਜਿਹੜੇ ਆ ਬਹੁਤ ਸਾਰੇ ਹੁੰਦੇ ਆ। ਡਾਇਰੈਕਟ ਆਪਾਂ ਸਨਲਾਈਟ ਜਿਹੜੀ ਹੈਗੀ ਆ, ਧੁੱਪ ਦੇ ਸੰਪਰਕ 'ਚ ਸਿੱਧੇ ਆ ਜਾਂਦੇ ਆ, ਉਸ ਵੇਲੇ ਵੀ ਛਾਈਆਂ ਜਿਹੜੀਆਂ ਹੈਗੀਆਂ ਉਹ ਆ ਜਾਂਦੀਆਂ ਹੈਗੀਆਂ। ਇਸ ਤੋਂ ਇਲਾਵਾ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੁੰਦੀ ਆ, ਆਪਾਂ ਖੁਰਾਕ ਮੈਦਾ ਖਾਈ ਜਾਂਦੇ ਹਾਂ ਤਾਂ ਚਿਹਰੇ 'ਤੇ ਦਿਸਣੀਆਂ, ਡਲ ਸਕਿਨ ਹੋ ਜਾਣੀ ਸਾਡੀ। ਇਸ ਤੋਂ ਇਲਾਵਾ ਲੇਡੀਜ਼, ਜਿੱਦਾਂ ਹਰਦੀਪ ਸਰ ਨੇ ਗੱਲ ਕੀਤੀ ਆ ਕਿ ਭਾਵੇਂ 20 ਸਾਲ ਪਹਿਲੋਂ ਕਿਸੇ ਲੇਡੀ ਨੇ ਅਬੋਰਟ ਕਰਨ ਦੇ ਲਈ, ਅਬੋਰਸ਼ਨ ਕਰਨ ਦੇ ਲਈ ਗੋਲੀਆਂ ਖਾਧੀਆਂ ਹੋਣ, ਉਹਦਾ ਅਸਰ 20 ਸਾਲ ਬਾਅਦ ਵੀ ਤੁਹਾਡੇ ਚਿਹਰੇ 'ਤੇ ਦਿਸੇਗਾ। ਜਾਂ ਗਰਭ ਨਿਰੋਧਕ ਗੋਲੀਆਂ ਲੇਡੀਜ਼ ਜਿਹੜੀਆਂ ਹੈਗੀਆਂ ਅਗਰ ਜ਼ਿਆਦਾ ਯੂਜ਼ ਕਰ ਲੈਂਦੀਆਂ ਹੈਗੀਆਂ ਤਾਂ ਉਹਦਾ ਅਸਰ 20 ਸਾਲ ਬਾਅਦ ਵੀ ਤੁਹਾਡੇ ਚਿਹਰੇ 'ਤੇ ਛਾਈਆਂ ਦੇ ਰੂਪ ਦੇ ਵਿੱਚ ਔਰ ਦਾਗ ਧੱਬਿਆਂ ਦੇ ਰੂਪ ਦੇ ਵਿੱਚ ਤੁਹਾਨੂੰ ਦਿਸੇਗਾ। ਇਸ ਤੋਂ ਬਾਅਦ ਹਾਰਮੋਨਲ ਇੰਬੈਲੈਂਸ ਜਿਹੜੀ ਹੈਗੀ ਆ ਉਹ ਹੁੰਦੀ ਹੈ ਜੀ। ਸਾਨੂੰ ਥਾਇਰਾਇਡ ਹੋ ਜਾਂਦਾ ਹੈਗਾ, ਛਾਈਆਂ ਪੈ ਜਾਂਦੀਆਂ ਉਹਦੇ ਨਾਲ ਵੀ, ਕਿਉਂਕਿ ਉਹਨੇ ਪੇਟ ਵੀ ਖਰਾਬ ਕਰਨਾ ਹੁੰਦਾ। ਅਤੇ ਜਿਹੜੇ ਇਹ ਇਰੈਸਟ੍ਰੋਜਨ ਅਤੇ ਪ੍ਰੋਜੈਸਟਰੋਨ ਨਾਂ ਦੇ 2 ਹਾਰਮੋਨ ਹੁੰਦੇ ਹੈਗੇ ਆ, ਇਹ ਜਿਹੜੇ ਹਾਰਮੋਨ ਹੈਗੇ ਆ ਜੀ, ਇਹ ਜਦੋਂ ਇੰਬੈਲੈਂਸ ਹੋ ਜਾਂਦੇ ਆ ਅਤੇ ਇਹਨੇ ਪ੍ਰੋਬਲਮ ਜਿਹੜੀ ਆ ਸਾਨੂੰ ਉਹ ਦੇਣੀ ਹੁੰਦੀ ਆ। ਸੋ ਇਹ ਜੜੀ ਬੂਟੀਆਂ ਦਾ ਹੈਗਾ ਜੀ। ਇਹਦੇ ਵਿੱਚ ਸਪੈਸ਼ਲ ਤੌਰ 'ਤੇ ਜਿੱਦਾਂ ਹਰਦੀਪ ਸਾਹਿਬ ਨੇ ਦੱਸਿਆ ਸੀ, ਬੱਕਰੀ ਦਾ ਦੁੱਧ ਆ ਜੀ। ਬੱਕਰੀ ਦਾ ਦੁੱਧ ਦੇਖੋ, ਜਦੋਂ ਕਿਸੇ ਦੇ ਸੈੱਲ ਘਟਦੇ ਆ ਨਾ,
ਤਾਂ 2-2 ਹਜ਼ਾਰ ਰੁਪਏ ਕਿਲੋ ਵੀ ਲੋਕ ਲੈ ਕੇ ਬੱਕਰੀ ਦਾ ਦੁੱਧ ਪੀਂਦੇ ਆ, ਕਿਉਂਕਿ ਸਿੱਲਾਂ ਤੇ ਵਰਕ ਕਰਨਾ ਹੁੰਦਾ। ਸੋ ਇਹ ਸਾਬਣ ਨੇ ਐਕਸਟਰਨਲ ਤੌਰ ਤੇ ਸਿੱਲਾਂ ਤੇ ਕੰਮ ਕਰਨਾ ਹੈ। ਦੂਸਰੇ ਨੰਬਰ ਤੇ ਇਹਦੇ ਵਿੱਚ ਨਿੰਮ ਹੈ। ਹੁਣ ਨਿੰਮ ਦਾ ਸਭ ਨੂੰ ਪਤਾ ਕਿ ਜੇ ਚਿਹਰੇ ਤੇ ਪਿਗਮੈਂਟੇਸ਼ਨ ਹੈਗੀ ਆ, ਦਾਗ ਧੱਬੇ ਹੈਗੇ ਆ, ਜਾਂ ਜਿਹੜੇ ਕੋਈ ਫੈਂਸਣੀਆਂ ਵਗੈਰਾ ਹੋ ਜਾਂਦੀਆਂ, ਪਿੰਪਲਸ ਹੁੰਦੀਆਂ ਹੈਗੀਆਂ, ਉਹ 'ਤੇ ਕੰਮ ਕਰਦਾ। ਸਪੈਸ਼ਲੀ ਤੌਰ ਤੇ ਫਾਰਮੂਲੇਸ਼ਨ ਇਹਦੀ ਹੈਗੀ ਆ ਛਾਈਆਂ ਵਾਸਤੇ। ਸੋ ਜੇ ਤਾਂ ਕਿਸੇ ਨੂੰ ਛਾਈਆਂ, ਧੁੱਪ 'ਚ ਆ ਗਿਆ, ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਆ, ਉਹ ਆਪਣਾ ਖਾਣ ਪੀਣ ਵੀ ਸੁਧਾਰੇ ਔਰ ਇਹ ਵੀ ਯੂਜ਼ ਕਰੇ, ਡਾਇਰੈਕਟ ਧੁੱਪ ਤੋਂ ਬਚੇ, ਇਹ ਯੂਜ਼ ਕਰੇ, ਛਾਈਆਂ ਖਤਮ ਹੋ ਜਾਂਦੀਆਂ। ਅਤੇ ਨਾਲ ਅਗਰ ਕਿਸੇ ਨੂੰ ਜਿਹੜੀ ਹਾਰਮੋਨਲ ਇੰਬੈਲੈਂਸ ਕਰਕੇ ਛਾਈਆਂ ਆ ਰਹੀਆਂ, ਅਤੇ ਉਹਦੇ ਨਾਲ ਫਿਰ ਇਹ ਜ਼ਰੂਰੀ ਹੈਗਾ ਜੀ ਵੀ ਇਹ ਤਾਂ ਯੂਜ਼ ਕਰਨਾ ਹੀ ਆ। ਨਾਲ ਉਹਨੂੰ ਨੇਵਲ ਅੰਮ੍ਰਿਤ ਅਸੀਂ ਜ਼ਰੂਰ ਸੁਜੈਸਟ ਕਰਾਂਗੇ, ਕਿਉਂਕਿ ਅੰਦਰੂਨੀ ਤੌਰ ਤੇ ਨੇਵਲ ਅੰਮ੍ਰਿਤ ਨੇ ਵਰਕ ਕਰਨਾ। ਉਹਨੇ ਸਾਡੇ ਹਾਰਮੋਨ ਜਿਹੜੇ ਹੈਗੇ ਆ ਉਹਨਾਂ ਨੂੰ ਬੈਲੈਂਸ ਕਰ ਦੇਣਾ, ਸਾਨੂੰ ਅੰਦਰੂਨੀ ਤੌਰ ਤੇ ਉਹਨਾਂ ਨੇ ਮਜ਼ਬੂਤ ਕਰਨਾ ਹੈਗਾ, ਸਾਡੇ ਸੈੱਲ ਜਿਹੜੇ ਹੈਗੇ ਆ ਰੀਜਨਰੇਟ ਕਰ ਦੇਣੇ ਆ। ਅਤੇ ਇਸ ਤੋਂ ਇਲਾਵਾ ਬਾਹਰੀ ਤੌਰ ਤੇ ਫਿਰ ਜਿਹੜਾ ਇਹ ਸਾਬਣ ਹੈਗਾ ਆ, ਜਿਹਨੂੰ ਆਪਾਂ ਫੇਸ਼ੀਅਲ ਬਾਰ ਕਹਿ ਰਹੇ ਆ, ਫੇਸ਼ੀਅਲ ਬਾਰ ਆ, ਆਮ ਤੌਰ ਤੇ ਲਿਕੁਇਡ ਹੁੰਦਾ ਹੈਗਾ। ਸੋ ਤੁਸੀਂ ਦੇਖ ਸਕਦੇ ਹੋ ਵੀ ਇਹ ਵੀ ਨਾਲ ਵੀ ਤੁਸੀਂ ਸੋਚਿਆ ਕਿਉਂ ਵੀ ਇਹਨੂੰ ਲਿਕੁਇਡ 'ਚ ਰਹਿਣ ਦਈਏ ਤੇ ਐਂ ਕਰੀਏ ਹੁਣ ਬਾਹਰ ਚ ਲੈ ਆਈਏ। ਦੇਖੋ ਇੱਕ ਚੀਜ਼ ਹੈ ਜੀ, ਤੁਸੀਂ ਟਰੈਵਲ ਕਰਨਾ ਹੈ, ਲਿਕੁਇਡ ਵਾਲੀ ਚੀਜ਼ ਨੂੰ ਲੈ ਕੇ ਕੱਪੜਿਆਂ ਦੇ ਵਿੱਚ ਰੱਖਿਆ ਹੋਇਆ, ਜੇ ਵਜ਼ਨ ਆ ਗਿਆ ਨਾ ਉਹਦਾ, ਜੇ ਉਹ ਖੁੱਲ੍ਹ ਗਿਆ ਢੱਕਣ, ਅਤੇ ਤੁਹਾਡੀਆਂ ਮਹਿੰਗੀਆਂ ਡਰੈਸਿਸ ਜਿਹੜੀਆਂ ਉਹ ਖਰਾਬ ਹੋ ਸਕਦੀਆਂ। ਉਹਨੂੰ ਕੈਰੀ ਕਰਨਾ ਮੁਸ਼ਕਿਲ ਹੈਗਾ, ਕਿਉਂਕਿ ਕਾਫੀ ਵੱਡੀ ਬੋਤਲ ਤੁਹਾਨੂੰ ਨਾਲ ਰੱਖਣੀ ਪਊਗੀ। ਔਰ ਉਹ ਬੋਤਲਾਂ ਜਿਹੜੀਆਂ ਹੈਗੀਆਂ ਪਲਾਸਟਿਕ ਦੇ ਵਿੱਚ ਆਉਂਦੀਆਂ ਹੈਗੀਆਂ। ਇੱਕ ਪਾਸੇ ਆਪਾਂ ਦਾਅਵਾ ਕਰੀਏ ਵੀ ਵਾਲ ਝੜਨ ਤੋਂ ਰੋਕਣੇ ਆ, ਨਾਲ ਦੀ ਨਾਲ ਉਹਦੇ ਵਿੱਚ ਕੋਈ ਪਲਾਸਟਿਕ ਪਾਈ ਹੋਵੇ ਆਪਾਂ, ਅਤੇ ਉਹ ਚੀਜ਼ ਆਪਾਂ ਵਿਰੋਧੀ ਗੱਲਾਂ ਹੋ ਜਾਂਦੀਆਂ। ਸੋ ਜਦੋਂ ਆਪਾਂ ਇਹਨੂੰ ਲੈ ਕੇ ਆਏ ਹੈਗੇ ਆ ਫੇਸ਼ੀਅਲ ਬਾਰ ਸੋਪ ਦੇ ਰੂਪ ਵਿੱਚ, ਜਾਂ ਇਹ ਸ਼ੈਂਪੂ ਬਾਰ ਜਿਹੜਾ ਹੈਗਾ ਇਹ ਇਸ ਹਿਸਾਬ ਦੇ ਨਾਲ ਲੈ ਕੇ ਆਉਂਦਾ। ਅਤੇ ਇਹਨੂੰ ਦੇਖੋ ਅਸੀਂ ਉਹ ਜਿਹੜੇ ਕਾਗਜ਼ ਦੇ ਵਿੱਚ ਪਾਇਆ, ਉਹੀ ਗੱਲ ਹੈ ਵੀ ਗੱਲਾ ਹੋਊਗਾ ਇਹ ਖਤਮ ਹੋ ਜਾਣਾ। ਅਤੇ ਨਾਲ ਡੱਬੀ ਆ ਜਾਂਦੀ ਹੈਗੀ ਆ, ਡੱਬੀ ਦੇ ਵਿੱਚ ਪਾ ਕੇ ਰੱਖੋ ਇਹਨੂੰ, ਠੀਕ ਹੈ ਜੀ। ਅਤੇ ਰੂਮ ਟੈਂਪਰੇਚਰ ਦੇ ਵਿੱਚ ਆ ਜਾਂਦਾ, ਅਤੇ ਖਰਾਬ ਹੋਣ ਦੇ ਚਾਂਸਸ ਜਿਹੜੇ ਹੈਗੇ ਆ ਉਹ ਵੀ ਘੱਟ ਜਾਂਦੇ ਆ। ਖੁਸ਼ਬੂ ਹੀ ਇੱਦਾਂ ਯਾਰ ਜਿਵੇਂ ਐ ਲੱਗ ਰਿਹਾ ਜਿਵੇਂ ਦੋ ਮਠਾਈਆਂ ਨਹੀਂ ਰੱਖੀਆਂ ਹੁੰਦੀਆਂ ਕੋਲ, ਇਹ ਲੱਗ ਨਹੀਂ ਰਿਹਾ ਵੀ ਸੌਪ ਹੈ। ਹਾਂ ਬਿਲਕੁਲ, ਕਿਉਂਕਿ ਜਿਹੜੀ ਨਾ ਆਮ ਤੌਰ ਤੇ ਇੱਕ ਉਹ ਚੱਲਦੀ ਆ ਰਹੀ ਚੀਜ਼, ਉਹਨਾਂ ਤੋਂ ਕੁਝ ਹਟ ਕੇ ਕੀਤਾ ਜਾਵੇ ਤਾਂ ਮੈਨੂੰ ਲੱਗਦਾ ਵੀ ਉਹ ਜ਼ਿਆਦਾ ਬੈਟਰ ਹੈਗਾ। ਵੀ ਪਹਿਲਾਂ ਇਹ ਜਦੋਂ ਮੈਂ ਸ਼ਿਕਾਕਾਰੀ ਦੀ ਗੱਲ ਕੀਤੀ ਹੈ ਨਾ, ਤੇ ਸ਼ਿਕਾਕਾਰੀ ਹੁਣ ਜੇ ਦੇਖਿਆ ਅੱਜ ਲੋਕੀ ਇੱਕ ਉਹਦੇ ਵਿੱਚ ਤਾਂ ਦੇਖ ਰਹੇ ਆ ਕਿ ਪਲਾਸਟਿਕ ਦੀ ਬੋਟਲ ਦੇ ਵਿੱਚ ਉੱਤੇ ਲਿਖਿਆ ਹੁੰਦਾ ਸ਼ਿਕਾਕਾਰੀ, ਪਰ ਕੀ ਕਦੇ ਦਿਖਿਆ? ਸੋ ਦਿਖਣਾ ਵੀ ਬਹੁਤ ਜ਼ਰੂਰੀ ਹੈਗਾ ਆ। ਦੇਖੋ ਜੇਕਰ 70% ਪਾਣੀ ਪਾ ਕੇ 30% ਕੈਮੀਕਲ ਕਰਕੇ ਤੁਹਾਨੂੰ ਪਾਣੀ ਵੇਚ ਦਿੱਤਾ ਜਾਵੇ, ਹੋਰ ਕੀ ਚਾਹੀਦਾ ਫਿਰ। ਸੋ ਇਹਦੇ ਵਿੱਚ ਤੁਹਾਨੂੰ ਕੁਛ ਵੀ ਇੱਦਾਂ ਦਾ ਨਹੀਂ ਦਿਖੂਗਾ ਜਿਹਦੇ ਵਿੱਚ ਮਤਲਬ ਪਾਣੀ ਰੂਪ ਹੈਗਾ ਆ, ਕਿਉਂਕਿ ਜੋ ਵੀ ਹੈਗਾ ਆ ਉਹ ਠੋਸ ਪਦਾਰਥ ਹੈਗੇ ਆ। ਜੇਕਰ ਭਾਜੀ ਨੇ ਜਿਵੇਂ ਗੱਲ ਕੀਤੀ ਆ ਨਿੰਮ, ਤਾਂ ਨਿੰਮ ਦਿਖਦੀ ਪਈ ਆ। ਜੇਕਰ ਗੋਟ ਮਿਲਕ ਦੀ ਗੱਲ ਕੀਤੀ, ਉਹਦੇ ਅਕੋਰਡਿੰਗ ਬਣਿਆ ਹੋਇਆ ਆ। ਅਤੇ ਇਹਦੇ ਵਿੱਚ ਹੋਰ ਇੱਕ ਖਾਸੀਅਤ, ਇਹਦੇ ਵਿੱਚ ਅੰਬਾ ਹਲਦੀ ਵੀ ਪਾਈ ਹੋਈ ਆ। ਅੰਬਾ ਹਲਦੀ ਸ਼ਾਇਦ ਬਹੁਤ ਸਾਰੇ ਲੋਕ ਨਹੀਂ ਜਾਣਦੇ ਹੋਣਗੇ ਅੰਬਾ ਹਲਦੀ ਕੀ ਚੀਜ਼ ਹੈ, ਕਿਉਂਕਿ ਜਦੋਂ ਵੀ ਸਾਡੇ ਪੁਰਾਣੇ ਬਜ਼ੁਰਗ ਸ਼ਗਨ ਕਰਦੇ ਸੀ, ਕੋਈ ਸ਼ਗਨ ਕਰਦੇ ਸੀ, ਹਲਦੀ ਨਾਲ ਸ਼ਗਨ ਹੁੰਦਾ ਸੀ। ਔਰ ਅੱਜ ਵੀ ਤੁਸੀਂ ਦੇਖ ਲਓ, ਜੇ ਵਟਣਾ ਕਹਿੰਦੇ, ਸਾਡੇ ਤਾਂ ਵਟਣਾ ਕਹਿੰਦੇ, ਹੋ ਸਕਦਾ ਕਿਤੇ ਕੁਝ ਹੋਰ ਕਹਿੰਦੇ ਹੋਵੇ, ਜਦੋਂ ਵਿਆਹ ਤੋਂ ਪਹਿਲਾਂ ਹੁੰਦਾ ਨਾ, ਉਹ ਹਲਦੀ ਨਾਲ ਹੀ ਕਿਹਾ ਜਾਂਦਾ ਸੀਗਾ। ਸੋ ਹਲਦੀ ਕਿਉਂ ਪਾਈ ਜਾਂਦੀ ਸੀ, ਇਹਦੇ ਪਿੱਛੇ ਵੀ ਕੋਈ ਲੌਜਿਕ ਹੈਗਾ ਆ। ਸੋ ਉਸੇ ਲੌਜਿਕ ਨੂੰ ਅਸੀਂ ਇਹਦੇ ਫੇਸ ਅੰਮ੍ਰਿਤ ਦੇ ਰੂਪ 'ਚ ਲੈ ਕੇ ਆਏ। ਪਰ ਇੱਕ ਚੀਜ਼ ਹੋਰ ਵੀ ਬਹੁਤ ਜ਼ਰੂਰੀ ਹੈ ਕਿ ਅੱਜ ਕੱਲ੍ਹ ਕੁੜੀਆਂ ਜਿਹੜੀਆਂ ਨੇ, ਜਿਵੇਂ ਬੜੇ ਵੱਖਰੇ ਟਰੀਟਮੈਂਟ ਚੱਲੇ ਹੋਏ ਨੇ, ਉਹਦੇ 'ਚ ਕੈਮੀਕਲਸ ਬਹੁਤ ਲੱਗਦੇ ਨੇ, ਤਾਂ ਕਿ ਉਹਨਾਂ ਦੇ ਉੱਤੇ ਵੀ ਇਹ ਉਸੇ ਤਰੀਕੇ ਦੇ ਨਾਲ ਅਸਰ ਕਰੇਗਾ, ਕਿਉਂਕਿ ਕੈਮੀਕਲਸ ਤੋਂ ਬਾਅਦ ਵਾਲ ਝੜਦੇ ਬਹੁਤ। ਜੀ ਬਿਲਕੁਲ ਬਿਲਕੁਲ। ਦੇਖੋ ਕੋਈ ਵੀ ਚੀਜ਼ ਪਹਿਲਾਂ ਪੈਦਾ ਹੋਈ ਆ, ਉਹਦੇ 'ਤੇ ਕੈਮੀਕਲ ਐਕਸਟਰਾ ਅਸੀਂ ਦਿੱਤਾ, ਪਹਿਲਾਂ ਤਾਂ ਨਹੀਂ ਹੋਇਆ, ਅਸੀਂ ਦਿੱਤਾ ਨਾ। ਬਟ ਜੇ ਅਸੀਂ ਦਿੱਤਾ ਆ ਤਾਂ ਅਸੀਂ ਵਾਪਸ ਕਰ ਸਕਦੇ ਹਾਂ। ਕੁਦਰਤ, ਮੈਂ ਪਿਛਲੀ ਵੀਡੀਓ 'ਚ ਵੀ ਇੱਕ ਗੱਲ ਕਹੀ, ਕੁਦਰਤ ਤੋਂ ਅਸੀਂ ਟੁੱਟੇ ਹਾਂ, ਕੁਦਰਤ ਸਾਡੇ ਤੋਂ ਨਹੀਂ ਟੁੱਟੀ। ਕੁਦਰਤ ਅੱਜ ਵੀ ਉਵੇਂ ਆ। ਬਿਲਕੁਲ, ਤਾਂ ਕੁਦਰਤ ਅੱਜ ਵੀ ਉਵੇਂ ਹੀ ਹੈ, ਤਾਂ ਤੁਸੀਂ ਦੇਖ ਵੀ ਸਕਦੇ ਹੋ। ਇਸ ਕਰਕੇ ਅੱਜ ਅਸੀਂ ਕੁਦਰਤ ਦਾ ਜਿਹੜਾ ਆਨੰਦ ਮਾਣਨ ਲਈ ਇੱਥੇ ਬੈਠੇ ਸੀਗੇ, ਅਤੇ ਨਾਲ ਦੱਸਣਾ ਵੀ ਚਾਹੁੰਦੇ ਸੀਗੇ ਵੀ ਕੁਦਰਤ ਦੇ ਨਾਲ ਜੁੜੀਆਂ ਚੀਜ਼ਾਂ ਜਿਹੜੀਆਂ ਨੇ ਵਰਤੀਆਂ ਜਾਣ ਤਾਂ ਬਹੁਤ ਵਧੀਆ ਹੁੰਦੀਆਂ ਨੇ, ਸਿਹਤ ਦੇ ਲਈ ਵੀ, ਅਤੇ ਜਿਵੇਂ ਸਕਿਨ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਲਈ ਵੀ, ਅਤੇ ਵਾਲਾਂ ਵਾਸਤੇ ਤਾਂ ਕੁੜੀਆਂ ਜਿਹੜੀਆਂ ਨੇ ਬਹੁਤ ਪਰੇਸ਼ਾਨ ਹੁੰਦੀਆਂ ਨੇ ਵੀ ਭਾਈ ਮੇਰੇ ਵਾਲ ਬਹੁਤ ਝੜਦੇ ਨੇ, ਡੈਂਡਰਫ ਆ ਜਾਂਦੀ ਆ, ਅਤੇ ਉਹਦੇ ਕਰਕੇ ਹੁਣ ਵੱਖਰੇ ਜਿਹੜੇ ਟਰੀਟਮੈਂਟ ਨੇ ਉਹ ਕਰਵਾਉਣੇ ਪੈਂਦੇ ਨੇ। ਪਰ ਜੇਕਰ ਉਹ ਸਿਰਫ ਇੱਕ ਸਾਬਣ ਨਾਲ ਹੀ ਹੋ ਜਾਵੇ ਤਾਂ ਫਿਰ ਉਹਦੇ ਤੋਂ ਵਧੀਆ ਹੋਰ ਕਿਹੜੀ ਚੀਜ਼ ਹੋ ਸਕਦੀ ਹੈ। ਤਾਂ ਜੇਕਰ ਤੁਸੀਂ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਨੰਬਰ ਜਿਹੜੇ ਨੇ ਉਹ ਦਿੱਤੇ
ਹੋਏ ਨੇ ਉਹਨਾਂ ਤੇ ਕੰਟੈਕਟ ਕਰ ਸਕਦੇ ਹੋ ਤੇ ਤੁਸੀਂ ਵੀ ਮੰਗਾ ਸਕਦੇ ਹੋ। ਸੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਕਿਉਂਕਿ ਨੁਸਖੇ ਬਹੁਤ ਸਾਰੇ ਨੇ। ਕੁਝ ਕਹਿਣਾ ਚਾਹ ਰਹੇ ਹੋ ਜੀ ਤੁਸੀਂ? ਹਾਂਜੀ ਮੈਂ ਕਿਹਾ ਵੀ ਇੱਕ ਵਾਰੀ ਕਲੀਅਰ ਕਰ ਦਈਏ ਥੋੜਾ ਜਿਹਾ ਵੀ ਸਾਡਾ ਜਿਹੜਾ ਹੈੱਡ ਆਫਿਸ ਹੈਗਾ ਉਹ ਬੰਗਾ ਦੇ ਵਿੱਚ ਹੈ ਜੀ, ਡਿਸਟ੍ਰਿਕਟ ਨਵਾਂਸ਼ਹਿਰ, ਗੜਸ਼ੰਕਰ ਰੋਡ, ਉਹਨੂੰ ਸ਼੍ਰੀ ਅਨੰਦਪੁਰ ਸਾਹਿਬ ਰੋਡ ਵੀ ਕਹਿੰਦੇ ਆ। ਚੌਲਾਂ ਦਾ ਮਿੱਲ ਹੈ ਜੀ, ਚੌਲਾਂ ਦਾ ਸ਼ੈਲਰ ਹੈਗਾ, ਉਹਦੇ ਆਪੋਜ਼ਿਟ ਹੈ ਅਸੀਂ, ਨੇੜੇ ਖਮਾਚੋਂ ਪਿੰਡ ਆ ਸਾਡੇ, ਸ਼ਹਿਰ ਤੋਂ ਬਿਲਕੁਲ ਬਾਹਰ ਆ। ਸੋ ਜਿਹੜਾ ਵੀ ਕੋਈ ਸਾਥੀ ਆਉਣਾ ਚਾਹੁੰਦਾ ਹੈ ਸਵੇਰੇ 9 ਤੋਂ 6 ਵਜੇ ਤੱਕ ਸਾਡੇ ਹੈੱਡ ਆਫਿਸ ਡਾਕਟਰ ਬੈਠਦੇ ਆ। ਤੁਹਾਡਾ ਚੈੱਕਅਪ ਕਰਕੇ ਵੀ ਤੁਹਾਨੂੰ ਦੇਖ ਕੇ ਉਹਦੇ ਮੁਤਾਬਕ ਤੁਹਾਨੂੰ ਟ੍ਰੀਟਮੈਂਟ ਦਿੱਤਾ ਜਾਊਗਾ। ਹਰ ਪ੍ਰਕਾਰ ਦੀ ਬਿਮਾਰੀ ਜਿਹੜੀ ਹੈਗੀ ਉਹਦਾ ਵੀ ਇਲਾਜ ਹੁੰਦਾ ਨੇਵਲ ਅੰਮ੍ਰਿਤ ਦੇ ਨਾਲ, ਔਰ ਉਹਦੇ ਨਾਲ ਨਾਲ ਸਾਡੀਆਂ ਹੋਰ ਬਹੁਤ ਸਾਰੀਆਂ, ਸਾਡਾ ਪਾਚਕ ਅੰਮ੍ਰਿਤ ਇੱਕ ਆਉਂਦਾ ਹੈਗਾ, ਚਾਹ ਦਾ ਅਲਟਰਨੇਟਿਵ ਹੈ, ਪਾਚਨ ਸ਼ਕਤੀ ਮਜ਼ਬੂਤ ਕਰਦਾ ਹੈਗਾ। ਇਸ ਤੋਂ ਇਲਾਵਾ ਸਾਡਾ ਇੱਕ ਤ੍ਰਿਰਸ ਅੰਮ੍ਰਿਤ ਹੈ, ਐਂਟੀ ਕੋਲੈਸਟਰੋਲ ਹੈਗਾ, ਉਹ ਕੋਲੈਸਟਰੋਲ ਜਿਹੜਾ ਹੈਗਾ ਉਹਨੂੰ ਡਾਊਨ ਕਰਦਾ ਹੈ, ਸ਼ੂਗਰ ਨੂੰ ਉਹ ਕੰਟਰੋਲ ਕਰਦਾ ਹੈਗਾ, ਸਟ੍ਰੈਸ ਨੂੰ ਕੰਟਰੋਲ ਕਰਦਾ ਹੈਗਾ, ਅਤੇ ਇਮਿਊਨਿਟੀ ਬੂਸਟਰ ਹੈ, ਉਹ ਵੀ ਇੱਕ ਚਾਹ ਦੇ ਰੂਪ ਵਿੱਚ ਹੀ ਹੈਗਾ ਆ। ਉਹ ਸਾਡਾ ਡਿਪ ਟੀ ਜਿਹੜੀ ਹੈਗੀ ਆ, ਹਰਬਲ ਟੀ, ਉਹਦੇ ਵਾਂਗ ਅਸੀਂ ਯੂਜ਼ ਕਰਦੇ ਹਾਂ। ਇਸ ਤੋਂ ਇਲਾਵਾ ਸਾਡੀ ਇੱਕ ਰੂਚੋ ਆਉਂਦੀ ਹੈਗੀ ਆ ਜੈਂਟਸ ਦੀਆਂ ਕਮੀਆਂ ਕਮਜ਼ੋਰੀਆਂ ਦੇ ਲਈ। ਇਸ ਤੋਂ ਇਲਾਵਾ ਸਾਡਾ ਇੱਕ ਜੀਵਕ ਅੰਮ੍ਰਿਤ ਆਉਂਦਾ ਹੈਗਾ ਆ, ਔਰ ਤੁਸੀਂ ਸਕਿਨ ਅੰਮ੍ਰਿਤ ਔਰ ਹੇਅਰ ਅੰਮ੍ਰਿਤ ਜਿਹੜਾ ਹੈਗਾ ਉਹ ਤਾਂ ਤੁਸੀਂ ਦੇਖ ਹੀ ਲਿਆ। ਸੋ ਇੱਦਾਂ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ ਉਹਨਾਂ ਦੇ ਲਈ ਵੱਖ-ਵੱਖ ਮੈਡੀਸਨ ਸਾਡੇ ਕੋਲ ਹੈਗੀਆਂ। ਸੋ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਸਾਡੀਆਂ ਬ੍ਰਾਂਚਸ ਵੀ ਹੈਗੀਆਂ। ਸੋ ਤੁਸੀਂ ਜਿਹੜੇ ਸਕਰੀਨ 'ਤੇ ਨੰਬਰ ਚੱਲਦੇ ਆ ਉਹਦੇ 'ਤੇ ਕਾਲ ਕਰਨੀ ਆ। ਬਹੁਤ ਸਾਰੇ ਲੋਕ ਕਮੈਂਟ ਦੇ ਵਿੱਚ ਨੰਬਰ ਛੱਡ ਦਿੰਦੇ ਆ ਕਿ ਇੰਡੀਆ 'ਚ ਕਿਤੇ ਵੀ ਮੰਗਵਾਉਣ ਲਈ ਸੰਪਰਕ ਕਰੋ। ਉਹਨਾਂ ਨੰਬਰਾਂ 'ਤੇ ਤੁਸੀਂ ਸੰਪਰਕ ਬਿਲਕੁਲ ਨਹੀਂ ਕਰਨਾ, ਅਸੀਂ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਲੈਂਦੇ। ਸੋ ਜਿਹੜੇ ਨੰਬਰ ਸਕਰੀਨ 'ਤੇ ਚੱਲ ਰਹੇ ਆ ਤੁਸੀਂ ਉਹਨਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਜਿਸ ਵੀ ਸੰਬੰਧਿਤ ਸ਼ਹਿਰ ਤੋਂ ਤੁਸੀਂ ਬੋਲਦੇ ਹੋਏ ਅਗਰ ਉੱਥੇ ਸਾਡੀ ਬ੍ਰਾਂਚ ਹੈਗੀ ਆ ਤਾਂ ਅਸੀਂ ਤੁਹਾਨੂੰ ਕੰਟੈਕਟ ਨੰਬਰ ਦੇਵਾਂਗੇ, ਤੁਸੀਂ ਉੱਥੇ ਵੀ ਜਾ ਸਕਦੇ ਹੋ, ਔਰ ਸਾਡੇ ਕੋਲ ਬੰਗਾ ਵੀ ਆ ਸਕਦੇ ਹੋ, ਔਰ ਕੋਰੀਅਰ ਥਰੂ ਵੀ ਤੁਸੀਂ ਜਿਹੜੀ ਮੈਡੀਸਨ ਹੈ ਕੋਈ ਉਹ ਮੰਗਵਾ ਸਕਦੇ ਹਾਂ ਅਸੀਂ। ਇਹ ਤੋਂ ਵਧੀਆ ਫਿਰ ਹੋਰ ਕੀ ਹੋ ਸਕਦਾ ਹੈ? ਤਾਂ ਫਿਰ ਜੇ ਕੋਈ ਵੇਟ ਮਤਲਬ ਪਤਾ ਨਹੀਂ ਤੁਸੀਂ ਕਿਹੜੀ ਚੀਜ਼ ਦੀ ਕਰ ਰਹੇ ਹੋ, ਹੁਣ ਤੱਕ ਤਾਂ ਤੁਹਾਨੂੰ ਕਾਲ ਕਰ ਦੇਣੇ ਚਾਹੀਦੇ ਸੀ ਵਿੱਚ ਹੀ ਬੈਠੇ ਬੈਠੇ ਨਾ, ਮਤਲਬ ਤਾਂ ਆਪਣਾ ਧਿਆਨ ਰੱਖਣਾ, ਸਾਰਿਆਂ ਨੇ ਖੁਸ਼ ਰਹਿਣਾ, ਪਰਹੇਜ਼ ਜਿਹੜਾ ਕਰਕੇ ਰੱਖਣਾ, ਔਰ ਇਦਾਂ ਦੀ ਮੈਡੀਸਨਸ ਜਿਹੜੀਆਂ ਨੇ ਹੋਰ ਲੈ ਕੇ ਆਵਾਂਗੇ, ਫਿਰ ਗੱਲਬਾਤ ਕਰਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।